ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਅੰਦੋਲਨ ਕੀਤੇ ਜਾ ਰਹੇ ਹਨ, ਪਰ ਜੋ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਸਾਡੇ ਨਾਲ ਇਸ ਮੁੱਦੇ 'ਤੇ ਗੱਲ ਕਰਨ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਹਲਕਾ ਸਾਹਨੇਵਾਲ ਤੋਂ ਵਿਧਾਇਕ ਸਰਨਜੀਤ ਸਿੰਘ ਢਿੱਲੋਂ ਮੌਜੂਦ ਨੇ। ਢਿੱਲੋਂ ਸਾਹਿਬ, ਕਿਸਾਨਾਂ ਦੇ ਅੰਦੋਲਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਿੱਥੋਂ ਤੱਕ ਕਿਸਾਨਾਂ ਦੇ ਅੰਦੋਲਨ ਦਾ ਤਾਲੁਕ ਹੈ, ਇਹ ਅੰਦੋਲਨ ਕਦੇ ਨਹੀਂ ਸੀ ਹੋਣਾ। ਮੈਂ ਸਮਝਦਾ ਇਸ ਅੰਦੋਲਨ ਨੂੰ ਕਰਵਾਉਣ ਵਾਲਾ ਹੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਇਹਨੇ ਲੋਕਾਂ ਨੂੰ ਮਜਬੂਰ ਕੀਤਾ, ਇਹਨੇ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਅੰਦੋਲਨ ਲਾਓ। ਸਭ ਤੋਂ ਵੱਡੀ ਗੱਲ ਤਾਂ ਮੈਂ ਗੱਲ ਕਹਿਣੀ ਚਾਹੁੰਦਾ, ਇਸ ਤੋਂ ਮਾੜਾ ਬੰਦਾ ਕੀ ਹੋਰ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਐਨਡੀਏ ਦੀ ਪਾਰਟਨਰ ਸੀ, ਕਿਉਂਕਿ ਜੋ ਐਨਡੀਏ ਬਣਾਇਆ ਸੀ ਇਹ ਕੋਈ ਭਾਰਤੀ ਜਨਤਾ ਪਾਰਟੀ ਨਹੀਂ ਸੀ ਬਣਾਇਆ, ਇਹ ਐਨਡੀਏ ਬਣਾਇਆ ਹੀ ਪ੍ਰਕਾਸ਼ ਸਿੰਘ ਬਾਦਲ ਨੇ ਸੀ। ਕੋਈ ਵੇਲਾ ਸੀ ਜਿਸ ਮੌਕੇ ਦਿੱਲੀ ਦੇ ਤਖਤ ਦੇ ਉੱਤੇ ਕੇਵਲ ਤੇ ਕੇਵਲ ਕਾਂਗਰਸ ਦੀਆਂ ਸਰਕਾਰਾਂ ਬਣਦੀਆਂ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਾਰੇ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਲੋਕਾਂ ਨੂੰ ਇਕੱਠੇ ਕੀਤਾ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਕਾਂਗਰਸ ਦਾ ਰਾਜ ਬਾਰ-ਬਾਰ ਦਿੱਲੀ ਦੇ ਤਖਤ 'ਤੇ ਨਾ ਬਣੇ, ਫਿਰ ਆਪਾਂ ਨੂੰ ਇੱਕ ਪਲੇਟਫਾਰਮ ਬਣਾਉਣਾ ਪਊਗਾ। ਉਹ ਪਲੇਟਫਾਰਮ ਦਾ ਨਾਮ ਰੱਖਿਆ ਸੀ ਐਨਡੀਏ। ਨਰਿੰਦਰ ਮੋਦੀ ਤਾਂ ਉਸ ਮੌਕੇ ਸਿਆਸਤ 'ਚ ਨਹੀਂ ਸੀ ਆਇਆ। ਉਸ ਮੌਕੇ ਮਦਨ ਲਾਲ ਖੁਰਾਣਾ ਵਿਚਾਰੇ ਹੁਣ ਦੁਨੀਆ 'ਚ ਨਹੀਂ ਰਹੇ, ਅਟਲ ਬਿਹਾਰੀ ਵਾਜਪੇਈ ਜੀ, ਲਾਲ ਕ੍ਰਿਸ਼ਨ ਅਡਵਾਨੀ, ਇਹੋ ਜਿਹੇ ਮਹਾਨ ਆਗੂ ਸੀ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਸਤਿਕਾਰ ਦਿੰਦੇ ਸੀ। ਜਿਸ ਮੌਕੇ ਇਹ ਆਰਡੀਨੈਂਸ ਆਇਆ, ਬੀਬਾ ਹਰਸਿਮਰਤ ਬਾਦਲ ਨੇ ਉਸ ਮੌਕੇ ਵੀ ਕਿਹਾ ਵੀ ਸਾਨੂੰ ਬਿਨਾਂ ਦੱਸੇ ਦੇ ਤੁਸੀਂ ਇਹ ਆਰਡੀਨੈਂਸ ਲੈ ਕੇ ਆਏ ਹੋ, ਇਹ ਆਰਡੀਨੈਂਸ ਠੀਕ ਨਹੀਂ ਹੈ। ਉਹ 'ਤੇ ਲਿਖਤੀ ਰੂਪ 'ਤੇ ਹੁਣ ਰਿਕਾਰਡ ਆਇਆ, ਸਾਰੀ ਜ਼ਿੰਦਗੀ ਵਾਸਤੇ ਰਿਕਾਰਡ ਰਹੂਗਾ। ਉੱਥੇ ਲਿਖਿਆ ਕਿ ਤੁਸੀਂ ਇਹਨਾਂ ਬਾਰੇ ਕਿਸਾਨਾਂ ਨਾਲ ਡਿਸਕਸ ਕੀਤਾ ਜਾਵੇ, ਸਾਡੀ ਪਾਰਟੀ ਨਾਲ ਡਿਸਕਸ ਕੀਤਾ ਜਾਵੇ, ਤਾਂ ਕਿ ਇਹ ਸਹੀ ਹੈ ਜਾਂ ਗਲਤ ਹੈ। ਬੜੀ ਹਾਸੋਹੀਣੀ ਗੱਲ ਹੈ, ਬਾਰ-ਬਾਰ ਅਸੀਂ ਮੀਟਿੰਗਾਂ ਕਰਦੇ ਰਹੇ ਖੇਤੀਬਾੜੀ ਮੰਤਰੀ ਦੇ ਨਾਲ, ਅੰਮ੍ਰਿਤ ਸ਼ਾਹ ਦੇ ਨਾਲ। ਇੱਕੋ ਹੀ ਗੱਲ ਕਹਿੰਦੇ ਸੀ ਕਿ ਤੁਸੀਂ ਸਾਡੇ ਪਾਰਟਨਰ ਹੋ, ਜਦੋਂ ਬਿੱਲ ਲੈ ਕੇ ਆਵਾਂਗੇ ਲੋਕ ਸਭਾ ਦੇ ਵਿੱਚ ਤੁਹਾਡੀ ਮਰਜ਼ੀ ਬਿਨਾਂ ਬਿੱਲ ਨਹੀਂ ਲੈ ਕੇ ਆਉਂਦੇ। ਜੋ ਤੁਸੀਂ ਇਹ 'ਚ ਤਰਮੀਮਾਂ ਕਰਵਾਉਣੀਆਂ ਨੇ ਤਰਮੀਮਾਂ ਕਰਵਾ ਲਿਓ, ਤੁਹਾਡੀ ਮਰਜ਼ੀ ਦੇ ਮੁਤਾਬਕ ਇਹ ਬਿੱਲ ਬਣੂਗਾ। ਸਾਨੂੰ ਵੀ ਵਿਸ਼ਵਾਸ ਸੀ, ਕਿਉਂਕਿ ਪਾਰਟਨਰ ਕੋਈ ਵੀ ਹੋਵੇ, ਚਾਹੇ ਹਸਬੈਂਡ ਵਾਈਫ ਵੀ ਪਾਰਟਨਰ ਨੇ, ਚਾਹੇ ਪੋਲੀਟੀਕਲ ਪਾਰਟੀ ਦਾ ਪਾਰਟਨਰ ਦਾ। ਅਸੀਂ ਤਾਂ ਇਹ ਮਹਿਸੂਸ ਕਰਕੇ ਕਿ ਸਾਡੀ ਪਾਰਟੀ ਤਾਂ ਅਨਕੰਡੀਸ਼ਨਲ ਬੀਜੇਪੀ ਨੂੰ ਸਪੋਰਟ ਦਿੰਦੀ ਰਹੀ ਹੈ। ਵਾਜਪੇਈ ਸਾਨੂੰ ਬਹੁਤ ਸਤਿਕਾਰ ਦਿੰਦੇ ਸੀ ਵੀ ਇਹ ਵੀ ਸਾਨੂੰ ਉਕਣੇ ਸਤਿਕਾਰ ਦੇਣਗੇ। ਅਸੀਂ ਇਹਨਾਂ ਗੱਲਾਂ ਦੇ ਵਿੱਚ ਆ ਕੇ ਅੱਗੇ ਤੇ ਅੱਗੇ ਚੱਲੀ ਗਏ ਵੀ ਇਸ ਨੂੰ ਠੀਕ ਕਰਨਗੇ। ਐਨਡੀ ਨੂੰ ਅਸੀਂ ਆਪਣਾ ਸਮਝਦੇ ਸੀ, ਲੇਕਿਨ ਇਹਨਾਂ ਨੇ ਸਾਨੂੰ ਬਹੁਤ ਵੱਡਾ ਧੋਖਾ ਦਿੱਤਾ। ਅਖੀਰਲੇ ਟਾਈਮ 'ਤੇ ਜਿਸ ਮੌਕੇ ਬਿੱਲ ਲੈ ਕੇ ਆਏ ਸੀ, ਉਸ ਦਿਨ ਵੀ ਸਵੇਰੋਂ ਕਿਹਾ ਵੀ ਤੁਸੀਂ ਬਿੱਲ ਪੇਸ਼ ਜਿਹੜਾ ਕਰਨ ਜਾ ਰਹੇ ਹੋ, ਇਹਨੂੰ ਰੋਕ ਲਓ, ਇਹਦੇ 'ਤੇ ਡਿਸਕਸ਼ਨ ਕਰਵਾ ਲਓ, ਇਹਦੇ 'ਤੇ ਬਹਿਸ ਕਰਵਾ ਲਓ, ਜਿਹੜੀਆਂ ਤਰਮੀਮਾਂ ਵਿੱਚ ਹੋਣ ਵਾਲੀਆਂ ਤਰਮੀਮਾਂ ਕਰਵਾ ਲਓ। ਉਸ ਮੌਕੇ ਤਾਂ ਬਹੁਤ ਛੋਟੀਆਂ ਤਰਮੀਮਾਂ ਦੇ ਨਾਲ ਇਹ ਕੰਮ ਚੱਲਦਾ ਸੀ, ਲੇਕਿਨ ਇਹ ਵਿਜਦ ਰਹੇ। ਉਸ ਮੌਕੇ ਬਿੱਲ ਲਿਆਉਣ ਤੋਂ 1 ਘੰਟਾ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਕਿ ਮੈਂ ਕਿਸਾਨਾਂ ਨਾਲ ਵਾਅਦਾ ਕੀਤਾ ਵੀ ਜੇ ਤੁਹਾਡੀ ਮਰਜ਼ੀ ਮੁਤਾਬਕ ਬਿੱਲ ਨਹੀਂ ਬਣੂਗਾ, ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਕਿਉਂਕਿ ਉਸ ਮੌਕੇ ਅਸੀਂ ਨਹੀਂ ਸੀ ਲੋਕਾਂ ਨੂੰ ਦੱਸਿਆ ਵੀ ਅਸੀਂ ਅਸਤੀਫਾ ਦੇਵਾਂਗੇ। ਸੋ ਬੀਬਾ ਹਰਸਿਮਰਤ ਬਾਦਲ ਨੇ ਅਸਤੀਫਾ ਦਿੱਤਾ ਅਤੇ ਅਸੀਂ ਐਨਡੀਏ ਛੱਡਿਆ। ਦੇਖੋ, ਇਸ ਗੱਲ ਤੋਂ ਅੰਦਾਜ਼ਾ ਲਾਓ ਬਈ ਭਾਰਤੀ ਜਨਤਾ ਪਾਰਟੀ ਦਾ ਹੰਕਾਰ, ਮੈਂ ਕਹਿੰਦਾ ਭਾਰਤੀ ਜਨਤਾ ਪਾਰਟੀ ਦਾ ਹੰਕਾਰ ਨਹੀਂ ਹੈ, ਨਰਿੰਦਰ ਮੋਦੀ ਦਾ ਹੰਕਾਰ ਹੈ। ਕਿਉਂਕਿ ਵਨ ਮੈਨ ਸ਼ੋਅ ਹੈ, ਇੱਕ ਬੰਦਾ ਹੀ ਸਾਰੇ ਦੇਸ਼ ਨੂੰ ਚਲਾ ਰਿਹਾ। ਪਹਿਲਾਂ ਤਾਂ ਸ਼ਿਵ ਸੈਨਾ ਭੱਜੀ, ਫਿਰ ਜਿਸ ਮੌਕੇ ਅਕਾਲੀ ਦਲ ਨੇ ਐਨਡੀਏ ਛੱਡਿਆ, ਮਿਨਿਸਟਰੀ ਛੱਡੀ, ਸਾਰੇ ਵਰਲਡ ਦੇ ਵਿੱਚ ਇਹਦੀ ਧਾਂਕ ਜੰਮੀ ਵੀ ਯਾਰ ਨਰਿੰਦਰ ਮੋਦੀ ਗਲਤ ਹੈ। ਸੋ ਮੈਂ ਸਮਝਦਾ ਇਹ ਜਿਹੜਾ ਸੰਘਰਸ਼ ਕਰਾਉਣ ਦਾ ਜ਼ਿੰਮੇਵਾਰ ਹੈ, ਲੋਕਾਂ ਦੇ ਇੰਨੀਆਂ ਜਾਨਾਂ ਚਲੀ ਗਈਆਂ, 25-30 ਜਾਨਾਂ ਚਲੀ ਗਈਆਂ, ਉਹ ਜਾਨਾਂ ਗਾਉਣ ਦਾ ਜ਼ਿੰਮੇਵਾਰ ਨਰਿੰਦਰ ਮੋਦੀ ਹੈ। ਇਸ ਧਰਨੇ ਦੇਣ ਦਾ ਜ਼ਿੰਮੇਵਾਰ ਮੋਦੀ ਹੈ।
ਅੱਜ ਜਿਹੜਾ ਸਾਰੇ ਹਿੰਦੁਸਤਾਨ ਨੂੰ ਵਕਤ ਪਾਇਆ ਪਿਆ ਇਹਦਾ ਜ਼ਿੰਮੇਵਾਰ ਨਰਿੰਦਰ ਮੋਦੀ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਵੀ ਜਿੰਨਾ ਵੀ ਕਿਸਾਨਾਂ ਦੇ ਜਿਹੜੇ ਜਾਨਾਂ ਗਈਆਂ ਨੇ ਉਹਨਾਂ ਨੂੰ 5 ਲੱਖ ਰੁਪਏ ਤੇ ਹਰ ਪ੍ਰਕਾਰ ਦੀ ਮਦਦ ਕੀਤੀ ਜਾਊਗੀ। ਕਿੱਦਾਂ ਦੇਖਦੇ ਹੋ? ਦੇਖੋ, ਜਿਹੜੇ ਪਰਿਵਾਰ ਦੀਆਂ ਜਾਨਾਂ ਚਲੀ ਗਈਆਂ, ਖਬਰਾਂ ਕਿੰਨੀਆਂ ਕੀਮਤੀ ਜਾਨਾਂ ਸੀ, ਉਹਨਾਂ ਨੇ ਆਪਣੇ ਪਰਿਵਾਰਾਂ ਵਾਸਤੇ ਕੀ ਕੁਝ ਕਰਨਾ ਸੀ। 5 ਲੱਖ ਤਾਂ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਉਹ ਤਾਂ ਸ਼ਹੀਦ ਹੋ ਗਏ। ਲੇਕਿਨ ਜੇ ਆਹੀ ਹਾਲ ਚੱਲਦਾ ਰਿਹਾ, ਹਾਲੇ ਖਬਰਾਂ ਕਿੰਨੀਆਂ ਕੁ ਜਾਨਾਂ ਜਾਣੀਆਂ ਨੇ, ਹਾਲੇ ਕੋਈ ਐਂਡ ਤਾਂ ਹੈ ਨਹੀਂ। ਹੁਣ ਜਿਹੜੇ ਵਿਚਾਰੇ ਕੋਈ ਹਾਰਟ ਅਟੈਕ ਦਾ ਪੇਸ਼ੈਂਟ ਆ, ਕੋਈ ਸ਼ੂਗਰ ਦਾ ਪੇਸ਼ੈਂਟ ਆ, ਠੰਡ 'ਚ ਬੈਠੇ ਨੇ, ਠੰਡ 'ਚ ਬੈਠੇ ਲੋਕ ਰਜਾਈਆਂ 'ਚ ਬੈਠੇ, ਠੰਡ ਦੇ ਵਿੱਚ ਬੈਠੇ ਨੇ। ਸੋ ਹਾਲੇ ਤੱਕ ਤਾਂ ਇਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕਦੀ। ਇਹਦਾ ਪਤਾ ਨਹੀਂ ਹਾਲੇ ਰਿਜ਼ਲਟ ਕੀ ਨਿਕਲਣਾ। ਕਿਸਾਨ ਸੰਗਠਨ ਨੇ ਜਿਹੜੇ ਬਾਰ-ਬਾਰ ਕਹਿ ਰਹੇ ਵੀ ਕੇਂਦਰ ਸਰਕਾਰ ਕੋਈ ਠੋਸ ਹੱਲ ਕੱਢੇ, ਪਰ ਕੇਂਦਰ ਉਹਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੀ? ਕੀ ਲੱਗ ਰਿਹਾ ਤੁਹਾਨੂੰ? ਦੇਖੋ, ਗੱਲ ਇਹ ਹੈ, ਉਹ ਇਨਸਾਨ ਇੱਕ ਵਧੀਆ ਇਨਸਾਨ ਨਹੀਂ ਹੁੰਦਾ ਜਿਹੜਾ ਇੰਨੀ ਜਿੱਦ ਕਰੇ। ਜੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰੀਏ, ਜਿੱਥੇ ਕਿਤੇ ਤਕਲੀਫ ਹੁੰਦੀ ਸੀ ਉਹ ਆਪਣਾ ਭੇਸ ਬਦਲ ਕੇ ਆਪ ਚਲਾ ਜਾਂਦਾ ਸੀ ਉੱਥੇ, ਕਿ ਮੇਰੀ ਪ੍ਰਜਾ ਦੁਖੀ ਹੈ। ਜਿੱਥੇ ਬਾਰਡਰਾਂ 'ਤੇ ਕਿਸਾਨ ਬੈਠੇ ਨੇ, 20 ਕਿਲੋਮੀਟਰ 'ਤੇ ਉਹਦਾ ਘਰ ਹੈ, ਕਿ ਉਹਨੂੰ ਪਤਾ ਨਹੀਂ ਕੀ ਬੀਤ ਰਹੀ ਹੈ। ਆਪ ਤਾਂ ਹੀਟਰ ਲਾ ਕੇ ਪੈਂਦਾ ਹੋਊਗਾ, ਬੜੀ ਬੜੀਆਂ ਰਜਾਈਆਂ 'ਚ ਪੈਂਦੇ ਹੋਣਗੇ, ਉਹਨੂੰ ਪਤਾ ਨਹੀਂ ਕੀ ਬੀਤ ਰਹੀ ਹੈ। ਸੋ ਮੈਂ ਸਮਝਦਾ ਇਹ ਕੋਈ ਚੰਗੀ ਗੱਲ ਨਹੀਂ। ਪ੍ਰਜਾ ਹੈ, ਉਹ ਪ੍ਰਜਾ ਦਾ ਮਾਂ ਬਾਪ ਆ, ਉਹ ਪ੍ਰਜਾ ਦਾ ਮਾਲਕ ਹੈ, ਉਹਨੂੰ ਪ੍ਰਜਾ ਦੀ ਸੁਣਨੀ ਚਾਹੀਦੀ ਆ। ਉਹਨੂੰ ਕੋਈ ਕਿਸੇ ਨੇ ਨੋਮੀਨੇਸ਼ਨ ਨਹੀਂ ਹੋਈ, ਲੋਕਾਂ ਨੇ ਚੁਣਿਆ ਹੋਇਆ ਬੰਦਾ, ਚਾਹੇ ਕਿਸੇ ਨੇ ਵੋਟਾਂ ਪਾਈਆਂ ਚਾਹੇ ਨਾ ਪਾਈਆਂ, ਚੁਣੇ ਹੋਏ ਬੰਦੇ ਨੂੰ ਉਹਨਾਂ ਦੀ ਸਾਰੇ ਬੰਦਿਆਂ ਦੀ ਗੱਲ ਸੁਣਨੀ ਚਾਹੀਦੀ ਹੈ। ਹੁਣ ਤੁਸੀਂ ਇੱਕ ਚੀਜ਼ ਦਾ ਅੰਦਾਜ਼ਾ ਲਾਓ, ਇਹ ਕੋਈ ਐਜੀਟੇਸ਼ਨ ਕੋਈ ਪੰਜਾਬ ਦੀ ਜਾਂ ਹਰਿਆਣੇ ਦੀ ਤਾਂ ਰਹੀ ਨਹੀਂ, ਸਾਰੇ ਹਿੰਦੁਸਤਾਨ ਦੀ ਵੀ ਰਹੀ, ਤਾਂ ਸਾਰੇ ਵਰਲਡ ਦੀ ਬਣ ਗਈ। ਮੈਂ ਸਮਝਦਾ ਜੰਗੇ ਆਜ਼ਾਦੀ ਦੀ ਲੜਾਈ ਤੋਂ ਬਾਅਦ, ਧਰਮ ਯੁੱਧ ਮੋਰਚੇ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਐਜੀਟੇਸ਼ਨ ਹੋਈ ਆ, ਇਹ ਕਿਸਾਨਾਂ ਦੀ ਐਜੀਟੇਸ਼ਨ ਹੋਈ ਆ। ਇਹਨੂੰ ਸਮਝ ਲੈਣਾ ਚਾਹੀਦਾ, ਪਰ ਇਹਦੇ ਕੰਨਾਂ ਦੇ ਜੂੰ ਨਹੀਂ ਸਰਕਦੀ। ਇਹਦੇ ਮਨ ਦੇ ਵਿੱਚ ਜ਼ਿਆਦਾ ਹੈ ਕਿ ਜੇ ਮੈਂ ਜੰਮੂ ਕਸ਼ਮੀਰ ਸਿੱਧਾ ਕਰ ਲਿਆ, ਮੈਂ ਇਹਨੂੰ ਵੀ ਸਿੱਧਾ ਕਰ ਲੂੰ। ਪਰ ਮੈਂ ਗੱਲ ਕਹਿਣਾ ਚਾਹੁੰਦਾ, ਮੋਦੀ ਸਾਹਿਬ, ਹਿੰਦੁਸਤਾਨ ਨੂੰ ਆਜ਼ਾਦ, ਜਿਹਨੂੰ ਤੂੰ 2% ਕਹਿਣਾ, ਇਹਨਾਂ ਲੋਕਾਂ ਨੇ ਯਾਦ ਕਰਵਾਇਆ। ਕਾਂਗਰਸ ਦੇ ਜਿਹੜੇ ਐਮਪੀ ਨੇ ਉਹ ਵੀ ਦਿੱਲੀ ਜੰਤਰ ਮੰਤਰ ਧਰਨੇ ਤੇ ਬੈਠੇ ਆ ਖੇਤੀ ਕਾਨੂੰਨਾਂ ਦੇ ਖਿਲਾਫ। ਦੇਖੋ, ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਉਹ ਬੈਠਣ, ਜੀ ਐਂ ਬੈਠਣ, ਜਿਹੜਾ ਕੋਈ ਬੰਦਾ ਜਿਹੋ ਜਿਹਾ ਰੋਲ ਅਦਾ ਕਰਨਾ ਚਾਹੁੰਦਾ ਰੋਲ ਅਦਾ ਕਰੇ। ਲੇਕਿਨ ਜੇ ਪੰਜਾਬ ਸਰਕਾਰ ਤਾਂ ਇਹ ਜੇ ਸੰਜੀਦਾ ਹੋਵੇ, ਇਹਦੇ ਹੱਲ ਨੂੰ ਛੇਤੀ ਲੱਭ ਸਕਦੇ ਨੇ। ਲੇਕਿਨ ਮੈਂ ਉਸ ਪਾਸੇ ਜਾਣਾ ਨਹੀਂ ਚਾਹੁੰਦਾ। ਲੇਕਿਨ ਇਹਨਾਂ ਦਾ ਵਧੀਆ ਮੌਜ ਲੱਗੀ ਹੋਈ ਹੈ ਵੀ ਵਧੀਆ ਆਰਾਮ ਦੇ ਨਾਲ ਖਬਰਾਂ ਸਾਰੀਆਂ ਕਿਸਾਨੀ ਬਾਰੇ ਲੱਗੀ ਰਹਿਣ, ਸਾਡੇ ਵਾਲੇ ਪਾਸੇ ਕੋਈ ਆਵੇ ਹੀ ਨਾ। ਸਰ, ਕੀ ਲੱਗ ਰਿਹਾ ਵੀ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਨੂੰ ਫਾਇਦੇ ਵਾਸਤੇ ਖੇਤੀ ਕਾਨੂੰਨਾਂ ਦੇ ਉੱਤੇ ਵਿਚਾਰ ਨਹੀਂ ਕਰ ਰਹੀ ਕੇਂਦਰ ਸਰਕਾਰ? ਜਿਹੜੇ ਕਾਰਪੋਰੇਟ ਦਾ ਜਿਹੜੇ ਹੈਗੇ ਤੁਸੀਂ ਕਰਨੇ, ਉਹ ਤਾਂ ਘਰ ਹੀ ਗਿਣਤੀ ਦੇ ਨੇ, ਅਡਾਨੀ ਅੰਬਾਨੀ ਤੇ ਟਾਟਾ। ਤੁਸੀਂ ਇੱਕ ਦਿਓ ਸਾਰੇ ਹਿੰਦੁਸਤਾਨ ਦਾ ਹਿਸਾਬ ਕਿਤਾਬ। ਦੇਸ਼ ਦੀ ਆਜ਼ਾਦੀ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਕੁਰਬਾਨੀ ਦਿੱਤੀ ਆ। ਪੰਜਾਬ ਨੇ ਜਾਂ ਬੰਗਾਲ ਨੇ, ਗੁਜਰਾਤ ਨੇ ਕੋਈ ਕੁਰਬਾਨੀ ਨਹੀਂ ਦਿੱਤੀ। ਲੇਕਿਨ ਗੁਜਰਾਤ ਦੇ ਵਿੱਚੋਂ ਸਭ ਤੋਂ ਬੜੇ ਪੋਲੀਟੀਸ਼ੀਅਨ ਆ ਰਹੇ ਨੇ, ਸਭ ਤੋਂ ਵੱਧ ਅਮੀਰ ਪੈਦਾ ਉੱਥੇ ਹੋ ਰਹੇ ਨੇ, ਤੇ ਪੰਜਾਬ ਵਿਚਾਰਾ ਤੜਫ ਰਿਹਾ। ਆਜ਼ਾਦੀ ਵੀ ਪੰਜਾਬੀਆਂ ਨੇ ਲੈ ਕੇ ਦਿੱਤੀ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ ਸੁਖਦੇਵ, ਕਿੱਡੇ ਸਾਡੇ ਮਹਾਨ ਯੋਧੇ ਹੋਏ। ਪਤਾ ਨਹੀਂ ਜੇ ਗਰਾਊਂਡ ਲੱਗੀ ਕਿੰਨੇ ਨੇ ਗਰਾਊਂਡ। ਸਾਨੂੰ ਗੁਜਰਾਤ ਦੇ ਵਿੱਚੋਂ ਕਿਹਨੇ ਫਾਂਸੀ ਜਿਹਨੂੰ ਮਿਲੀ, ਕਿਹਨੇ ਕੋਈ ਆਜ਼ਾਦੀ ਪਿੱਛੇ ਲੜੀਆਂ? ਕੋਈ ਲੜਾਈ ਨਹੀਂ ਲੜੀ। ਜੇ ਅਮੀਰਾਂ ਦੀ ਗਿਣਤੀ ਲਾਈਏ ਫਿਰ ਗੁਜਰਾਤ ਤੋਂ ਬਿਨਾਂ ਲੱਭਦਾ ਹੀ ਕੋਈ ਨਹੀਂ। ਸਾਰੇ ਅਮੀਰ ਗੁਜਰਾਤ ਦੇ ਨੇ, ਇਹ ਪ੍ਰਾਈਮ ਮਿਨਿਸਟਰ ਵੀ ਗੁਜਰਾਤ ਦੇ ਨੇ। ਅਸੀਂ ਤਾਂ ਜਿਸ ਮੌਕੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਸੀ, ਮੈਂ ਵੀ ਸੁੱਖੀਆਂ ਸੀ ਵੀ ਪਰਮਾਤਮਾ ਇਹ ਪ੍ਰਧਾਨ ਮੰਤਰੀ ਬਣਾ ਦੇ। ਕਿਉਂ ਚੁਣਿਆ ਸੀ? ਵੀ ਗਰੀਬ ਹੈ, ਗਰੀਬ ਪਰਿਵਾਰ 'ਚ ਉੱਠਿਆ ਨੇ, ਗਰੀਬੀ ਦੇਖੀ ਹੈ। ਇਹਦਾ ਕਹਿੰਦਾ ਮੈਂ ਚਾਹ ਬਣਾਉਂਦਾ ਹੁੰਦਾ ਸੀ। ਲੇਕਿਨ ਮੈਂ ਪੁੱਛਣਾ ਚਾਹੁੰਦਾ,
ਨਰਿੰਦਰ ਮੋਦੀ ਗਰੀਬਾਂ ਦੀ ਸੁਣ ਰਿਹਾ। ਆ ਅਡਾਨੀ ਦੇ ਪੋਤਾ ਹੋਇਆ, ਸ਼ਾਮ ਨੂੰ ਉਹਦੇ ਪੋਤੇ ਨੂੰ ਦੇਖਣ ਚਲੇ ਗਿਆ। ਸ਼ਾਮ ਨੂੰ ਹੀ ਇਹ ਪ੍ਰਧਾਨ ਮੰਤਰੀ ਦਾ ਹੁੰਦਾ। ਪ੍ਰਧਾਨ ਮੰਤਰੀ ਜੇ ਕਰਨਾ ਕਿਸੇ ਗਰੀਬ ਦੇ ਵਿਚਾਰੇ ਦੇ ਜਾਇਆ ਵੇ, ਸ਼ਾਮ ਨੂੰ ਅਡਾਨੀਆਂ ਕੋ ਫਿਰਦਾ ਸੀ। ਸੋ ਮੈਂ ਸਮਝਦਾ ਰਾਜ ਜਿਹੜਾ ਚਲਾ ਰਿਹਾ ਅਡਾਨੀ ਬਾਨੀ ਚਲਾ ਰਹੇ ਨੇ, ਕੋਈ ਦੇਸ਼ ਦਾ ਆਜ਼ਾਦ ਹੋਰ ਕੋਈ ਚਲਾ ਰਿਹਾ। ਹੁਣ ਇਹਦੇ ਵਿੱਚ ਵੀ ਸੈਂਟਰ ਦੇ ਵਿੱਚ ਕਿਸੇ ਮਿਨਿਸਟਰ ਦੀ ਨਹੀਂ ਚੱਲਦੀ, 9 ਦੇ ਅਹੁਦੇ ਨੇ। ਨਰਿੰਦਰ ਮੋਦੀ ਤੋਂ ਬਿਨਾਂ ਕੋਈ ਸਾਹ ਨਹੀਂ ਲੈ ਸਕਦਾ। ਪਰ ਹੁਣ ਇਸ ਤੇ ਅਕਾਲੀ ਦਲ ਦਾ ਕੀ ਸਟੈਂਡ ਹੈ? ਦੇਖੋ, ਅਕਾਲੀ ਦਲ ਦਾ ਸਟੈਂਡ ਤਾਂ ਨਿਰਪੱਖ ਹੈ, ਪੂਰਾ ਸਪਸ਼ਟ ਸਟੈਂਡ ਆ। ਅਕਾਲੀ ਦਲ ਜੋ ਕਰ ਸਕਦਾ ਸੀ ਕੀਤਾ। ਅਸੀਂ ਇੰਡੀਆ ਛੱਡਣਾ ਸੀ, ਛੱਡਤਾ। ਮੰਤਰੀ ਬਣਨਾ ਛੱਡਦਾ ਸੀ। ਕੋਈ ਦੁਨੀਆ ਦੇ ਵਿੱਚ ਅੱਜ ਮੈਂਬਰ ਪੰਚਾਇਤ ਨਹੀਂ ਛੱਡਦਾ, ਉਹ ਵੀ ਛੱਡਤਾ। ਅਗਰ ਸਾਨੂੰ ਅੱਜ ਕਹਿਣ ਵੀ ਉੱਥੇ ਪਹੁੰਚੋ, ਅਸੀਂ 2 ਲੱਖ ਬੰਦਾ ਲੈ ਕੇ ਇੱਕੋ ਦਿਨ 'ਚ ਪਹੁੰਚਾਂਗੇ। ਘੱਟ ਤੋਂ ਘੱਟ 2 ਲੱਖ ਬੰਦਾ ਇੱਕੋ ਦਿਨ ਦੇ ਵਿੱਚ ਕਹਿ ਦੇਣ ਵੀ ਆਓ ਇੱਥੇ। ਦਿੱਲੀ ਤੋਂ ਲੈ ਕੇ ਲੁਧਿਆਣੇ ਤੱਕ ਗੱਡੀਆਂ ਗੱਡੀਆਂ ਟਾਲੀਆਂ ਟਾਲੀਆਂ ਖੜੀਆਂ ਹੁਣ ਕਹਿ ਦੇਣ। ਲੇਕਿਨ ਕਿਸਾਨਾਂ ਨੇ ਗੱਲ ਕਹੀ ਆ ਕਿ ਅਸੀਂ ਇਹਨੂੰ ਸਿਆਸਤ ਤੋਂ ਉੱਪਰ ਉੱਠ ਕੇ ਅਸੀਂ ਗੈਰ ਸਿਆਸੀ ਸਾਰਾ ਇਹ ਐਜੀਟੇਸ਼ਨ ਕਰਨੀ ਆ। ਸਾਡੇ ਵਰਕਰ ਜਾ ਰਹੇ ਨੇ, ਉਹ ਵੀ ਲੋਕਾਂ ਦੀ ਚੱਜ ਹਾਲ ਨਾਲ ਕੁਛ ਲੋਕਾਂ ਨੂੰ ਦੇ ਨਾ ਸਕਿਆ ਹੋਵੇ, ਉਹਨਾਂ ਦੀ ਸਹੀ ਰਹਿਨਮਾਈ ਨਾ ਕਰ ਸਕਦਿਆ ਹੋਵੇ। ਇੱਕ ਜਾਤ ਪਾਤ ਦੀਆਂ ਗੱਲਾਂ, ਇੱਕ ਜਾਤ ਪਾਤ ਦੇ ਸਿਰ 'ਤੇ ਹੀ ਕਦੇ ਮੁਸਲਮਾਨਾਂ ਦੇ ਖਿਲਾਫ, ਕਦੇ ਕਹਿੰਦਾ ਕਿਸੇ ਨੂੰ ਇਕੱਠਾ ਕਰ ਲਓ, ਕਦੇ ਉਹ ਰਾਜਨੀਤੀ ਜਿਹੜੀ ਕਰ ਰਿਹਾ ਆਪਣੀ ਜਾਤ ਪਾਤ ਦੇ ਸਿਰ 'ਤੇ ਕਰ ਰਿਹਾ। ਇਹਦੇ ਵਾਸਤੇ ਮਾੜੀ ਆ ਇਹ ਜਿਹੜੀ ਸਿਆਸਤ ਆ। ਆਉਣ ਵਾਲੇ ਸਮੇਂ 'ਚ ਬੜੀ ਘਾਤਕ ਸਾਬਤ ਹੋਊ। ਹਿੰਦੂ ਤੇ ਸਿੱਖ ਦੇ ਫਸਾਦ ਕਰਾ ਦਈਏ। ਹਿੰਦੂ ਦੇ ਸਿੱਖ ਦੇ ਫਸਾਦ ਤਾਂ ਉਦੋਂ ਨਹੀਂ ਹੋਏ ਜਦੋਂ ਭਿੰਡਰਾਣਾ ਸੀਗਾ ਇੱਥੇ। ਹਿੰਦੂ ਸਿੱਖ ਦੇ ਫਸਾਦ ਤਾਂ ਉਦੋਂ ਨਹੀਂ ਹੋਏ ਜਦੋਂ ਇੱਥੇ ਅੱਤਵਾਦ ਦਾ ਦੌਰ ਚੱਲਦਾ ਸੀਗਾ। ਜਦੋਂ ਨਿਕਸਲੈਂਡ ਮੂਵਮੈਂਟ ਆਈ ਸੀ ਉਦੋਂ ਨਹੀਂ ਹਿੰਦੂ ਸਿੱਖ ਦੇ ਵਿੱਚ ਪਾੜ ਪਏ, ਜੱਫੀਆਂ ਪਈਆਂ। ਹੁਣ ਵੀ ਸਾਡੇ ਕੋਈ ਫਰਕ ਨਹੀਂ। ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ, ਅਸੀਂ ਤਾਂ ਸਾਰੀਆਂ ਕਾਸਟਾਂ ਦਾ ਸਤਿਕਾਰ ਕਰਦੇ ਹਾਂ, ਚਾਹੇ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ। ਅਸੀਂ ਤਾਂ ਸਾਨੂੰ ਤਾਂ ਸਾਡੇ ਗੁਰੂਆਂ ਨੇ ਸਿਖਾਇਆ ਹੀ ਹੈ। ਔਰ ਅਕਾਲੀ ਦਲ ਉਸ ਸਿਧਾਂਤ 'ਤੇ ਚੱਲਦਾ। ਔਰ ਸਾਰੇ ਹੱਕ ਇਹ ਪੰਜਾਬ ਸੂਬਿਆਂ ਦੇ ਲੈ ਕੇ ਮੋਦੀ ਉਧਰ ਲੈ ਕੇ ਜਾਣਾ ਚਾਹੁੰਦਾ ਸੈਂਟਰ ਦੇ ਵਿੱਚ ਵੀ ਪੰਜਾਬ ਹਿੰਦੁਸਤਾਨ ਦੇ ਸੂਬਿਆਂ ਨੂੰ ਮਾਰੇ ਦਿਓ। ਮੈਂ ਪੁੱਛਣਾ ਚਾਹੁੰਦਾ, ਤੂੰ ਪੱਕਾ ਹੀ ਰਾਜ 'ਤੇ ਰਹਿ ਜਾਏਗਾ ਕਿਤੇ? ਇਹ ਪੱਕਾ ਰਾਜ ਕਿਸੇ ਦਾ ਨਹੀਂ ਰਿਹਾ। ਆਈ 24 ਪਤਾ ਲੱਗ ਜੂ। ਸੋ ਇਸ ਰਣਜੀਤ ਸਿੰਘ ਢਿੱਲੋਂ ਜਿਨ੍ਹਾਂ ਦਾ ਸਾਫ਼ ਕਹਿਣਾ ਕਿ ਨਵੇਂ ਖੇਤੀ ਕਾਨੂੰਨਾਂ ਦੇ ਕਾਰਨ ਹੀ ਅਕਾਲੀ ਦਲ ਨੇ ਐਨਡੀਏ ਤੋਂ ਨਾਤਾ ਤੋੜਿਆ ਹੈ ਤੇ ਉਹ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਹਨ। ਰੁਪੇਸ਼ ਕੁਮਾਰ, ਅਜੀਤ ਵੈਬ ਟੀਵੀ, ਲੁਧਿਆਣਾ।